ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਇੱਕ ਦਿਨ ਰਾਤ ਨੂੰ ਮੈਂ ਗੂੜੀ ਨੀਂਦ ਵਿੱਚ ਸੀ। ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਕੋਈ ਮੇਰੇ ਨਾਲ ਅਜੀਬ ਜਿਹੀ ਹਰਕਤ ਕਰ ਰਿਹਾ ਹੈ। ਤਾਂ ਅਚਾਨਕ ਮੇਰੀ ਅੱਖ ਖੁੱਲ ਗਈ। ਮੈਂ ਦੇਖਿਆ ਕਿ ਚਾਚੀ ਮੇਰੇ ਨਾਲ ਗੰਦੀਆਂ ਹਰਕਤਾਂ ਕਰ ਰਹੀ ਸੀ। ਮੈਂ ਘਬਰਾਉਂਦੇ ਹੋਏ ਕਿਹਾ ਕਿ ਚਾਚੀ ਜੀ, ਤੁਸੀਂ ਕੀ ਕਰ ਰਹੇ ਹੋ? ਉਹ ਕਹਿਣ ਲੱਗੀ, ਮੈਂ ਜੋ ਵੀ ਕਰ ਰਹੀ ਹਾਂ ਤੈਨੂੰ ਦੇਖ ਰਿਹਾ ਹੈ ਨਾ। ਮੈਂ ਜੋ ਕਰਨਾ ਹੈ ਮੈਨੂੰ ਕਰਨ ਦੇ। ਚਾਚੀ ਦੀ ਡਾਂਟ ਦੇ ਕਾਰਨ ਮੈਂ ਡਰ ਗਿਆ। ਫਿਰ ਮੈਂ ਕਿਹਾ ਕਿ ਠੀਕ ਹੈ ਚਾਚੀ ਜੀ, ਜੋ ਕਰਨਾ ਹੈ ਕਰ ਲਓ। ਅਤੇ ਫਿਰ ਚਾਚੀ ਜੀ ਪਾਗਲ ਜਿਹੀ ਹੋ ਗਈ ਅਤੇ ਉਸ ਨੇ ਜੋ ਕੀਤਾ ਉਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਮੇਰਾ ਨਾਮ ਰੁਦਰ ਹੈ। ਹੁਣ ਮੇਰੀ ਉਮਰ 28 ਸਾਲ ਹੈ। ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਮੇਰੀ ਉਮਰ 18 ਸਾਲ ਸੀ। ਮੇਰੇ ਚਾਚਾ ਜੀ ਵਪਾਰ ਦੇ ਕੰਮ ਤੋਂ ਬਾਹਰ ਜਾਂਦੇ ਤਾਂ ਕਦੇ-ਕਦੇ 10 ਤੋਂ 12 ਦਿਨ ਅਤੇ ਕਦੇ 15 ਦਿਨਾਂ ਬਾਅਦ ਘਰ ਆਉਂਦੇ ਸੀ। ਜਦੋਂ ਵੀ ਉਹ ਘਰ ਨਹੀਂ ਹੁੰਦੇ ਸੀ ਤਾਂ ਚਾਚੀ ਮੈਨੂੰ ਆਪਣੇ ਘਰ ਬੁਲਾ ਲੈਂਦੀ ਸੀ ਅਤੇ ਮੈਨੂੰ ਚਾਚੀ ਦੇ ਘਰ ਜਾਣਾ ਪੈਂਦਾ ਸੀ। ਚਾਚੀ ਦੇ ਵਿਆਹ ਨੂੰ ਹਜੇ 1 ਸਾਲ ਹੋ ਗਿਆ ਸੀ ਅਤੇ ਹਜੇ ਉਹਨਾਂ ਕੋਲ ਕੋਈ ਵੀ ਬੱਚਾ ਨਹੀਂ ਸੀ ਅਤੇ ਚਾਚੀ ਨੂੰ ਇਕੱਲੇ ਰਹਿਣ ਵਿੱਚ ਬਹੁਤ ਡਰ ਲੱਗਦਾ ਸੀ ਕਿਉਂਕਿ ਸਾਡਾ ਘਰ ਬਹੁਤ ਸੁੰਨਸਾਨ ਜਗ੍ਹਾ ਤੇ ਸੀ ਅਤੇ ਘਰ ਵਿੱਚ ਕੋਈ ਬੱਚਾ ਵੀ ਨਹੀਂ ਸੀ। ਮੇਰਾ ਕੋਈ ਛੋਟਾ ਭੈਣ ਜਾਂ ਭਰਾ ਨਹੀਂ ਸੀ। ਸਾਡੇ ਘਰ ਮੈਂ, ਮੇਰੇ ਮੰਮੀ ਪਾਪਾ ਤੇ ਮੇਰੇ ਚਾਚਾ ਚਾਚੀ ਰਹਿੰਦੇ ਸਨ। ਰਾਤ ਨੂੰ ਜਦੋਂ ਚਾਚਾ ਜੀ ਘਰ ਨਹੀਂ ਹੁੰਦੇ ਤਾਂ ਚਾਚੀ ਬਹੁਤ ਡਰ ਜਾਂਦੀ ਸੀ। ਇਹੀ ਕਾਰਨ ਸੀ ਚਾਚੀ ਮੈਨੂੰ ਆਪਣੇ ਘਰ ਬੁਲਾ ਲੈਂਦੀ ਸੀ ਤਾਂ ਕਿ ਮੈਂ ਚਾਚੀ ਨਾਲ ਰਹਿ ਸਕਾਂ ਅਤੇ ਉਹ ਡਰੇ ਨਾ। ਇੱਕ ਦਿਨ ਚਾਚਾ ਜੀ ਨੇ ਮੈਨੂੰ ਕਿਹਾ ਕਿ ਦੇਖ ਬੇਟਾ, ਸਾਡੇ ਘਰ ਵਿੱਚ ਕੋਈ ਹੋਰ ਲੜਕਾ ਨਹੀਂ ਹੈ। ਤੂੰ ਸਾਡਾ ਇਕਲੌਤਾ ਬੇਟਾ ਹੈ। ਤੂੰ ਜਾਣਦਾ ਹੈ ਨਾ ਕਿ ਮੈਂ ਵਪਾਰੀ ਹਾਂ ਅਤੇ ਮੈਨੂੰ ਵਪਾਰ ਦੇ ਕੰਮ ਲਈ ਕਦੇ-ਕਦੇ ਬਾਹਰ ਜਾਣਾ ਪੈਂਦਾ ਹੈ। ਜਦੋਂ ਮੈਂ ਬਾਹਰ ਹੋਵਾਂਗਾ ਤਾਂ ਤੂੰ ਸਾਡੇ ਘਰ ਵਿੱਚ ਹੀ ਰਹੀ ਕਿਉਂਕਿ ਤੇਰੀ ਚਾਚੀ ਇਕੱਲੇ ਨਹੀਂ ਰਹਿ ਸਕਦੀ। ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ। ਇਸ ਲਈ ਜਦੋਂ ਮੈਂ ਘਰ ਨਹੀਂ ਹੋਵਾਂਗਾ ਤੂੰ ਸਾਡੇ ਘਰ ਵਿੱਚ ਰਹੇਂਗਾ ਅਤੇ ਤੂੰ ਤੇਰੀ ਚਾਚੀ ਤੋਂ ਪੈਸੇ ਲੈ ਕੇ ਜੋ ਜ਼ਰੂਰੀ ਚੀਜ਼ਾਂ ਹੋਣ ਉਹਨਾਂ ਨੂੰ ਲਿਆ ਕੇ ਦਿਆ ਕਰੇਂਗਾ ਅਤੇ ਤੂੰ ਆਪਣੀ ਚਾਚੀ ਦਾ ਖਿਆਲ ਵੀ ਰੱਖੇਂਗਾ। ਠੀਕ ਹੈ ਨਾ? ਮੈਂ ਸਿਰ ਹਿਲਾਉਂਦੇ ਹੋਏ ਕਿਹਾ ਕਿ ਚਾਚਾ ਜੀ ਠੀਕ ਹੈ, ਤੁਸੀਂ ਬੇਫਿਕਰ ਰਹੋ। ਮੈਂ ਚਾਚੀ ਜੀ ਦਾ ਪੂਰਾ ਧਿਆਨ ਰੱਖਾਂਗਾ। ਜੇਕਰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਈ ਤਾਂ ਮੈਂ ਉਹਨਾਂ ਨੂੰ ਲਿਆ ਕੇ ਦੇਵਾਂਗਾ। ਚਾਚਾ ਜੀ ਨੇ ਘਰ ਦੀ ਪੂਰੀ ਜ਼ਿੰਮੇਵਾਰੀ ਮੇਰੇ ਉੱਤੇ ਪਾ ਦਿੱਤੀ ਸੀ। ਜਦੋਂ ਵੀ ਚਾਚਾ ਜੀ ਬਾਹਰ ਜਾਂਦੇ ਤਾਂ ਮੈਨੂੰ ਚਾਚੀ ਦੇ ਨਾਲ ਉਹਨਾਂ ਦੇ ਘਰ ਵਿੱਚ ਰੁਕਣਾ ਪੈਂਦਾ ਸੀ। ਮੈਂ ਚਾਚੀ ਦੇ ਗੈਸਟ ਰੂਮ ਵਿੱਚ ਰਹਿੰਦਾ ਸੀ ਜੋ ਚਾਚੀ ਦੇ ਕਮਰੇ ਦੇ ਨਾਲ ਹੀ ਸੀ। ਪਰ ਜਦੋਂ ਵੀ ਮੈਂ ਉਹਨਾਂ ਦੇ ਘਰ ਰਹਿੰਦਾ ਤਾਂ ਚਾਚੀ ਮੈਨੂੰ ਆਪਣੇ ਕਮਰੇ ਵਿੱਚ ਹੀ ਸਵਾ ਲੈਂਦੀ ਸੀ ਅਤੇ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੀ ਸੀ। ਅਸੀਂ ਲੇਟ ਰਾਤ ਤੱਕ ਟੀਵੀ ਦੇਖਦੇ ਰਹਿੰਦੇ। ਮੇਰੀ ਚਾਚੀ ਨੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਸੀ ਅਤੇ ਮੈਂ ਉਸ ਸਮੇਂ 10ਵੀਂ ਕਲਾਸ ਵਿੱਚ ਸੀ। ਇਸ ਲਈ ਕਦੇ-ਕਦੇ ਚਾਚੀ ਮੈਨੂੰ ਵੀ ਪੜ੍ਹਾਉਂਦੀ ਸੀ ਪਰ ਜ਼ਿਆਦਾਤਰ ਉਹ ਮੇਰੇ ਨਾਲ ਗੱਲਾਂ ਹੀ ਕਰਦੀ ਸੀ ਅਤੇ ਰੋਮਾਂਟਿਕ ਫਿਲਮਾਂ ਦੇਖਦੀ ਸੀ। ਇੱਕ ਦਿਨ ਜਦੋਂ ਮੈਂ ਉਹਨਾਂ ਕੋਲ ਗਿਆ ਤਾਂ ਚਾਚੀ ਨੇ ਕਿਹਾ ਕਿ ਰੁਦਰ ਬੇਟਾ, ਅੱਜ ਤੂੰ ਮੇਰੇ ਕੋਲ ਹੀ ਰਹੇਂਗਾ। ਬਾਹਰ ਬਹੁਤ ਤੇਜ਼ ਮੀਂਹ ਪੈ ਰਿਹਾ ਹੈ। ਮੈਨੂੰ ਬਹੁਤ ਡਰ ਲੱਗਦਾ ਹੈ। ਮੈਂ ਕਿਹਾ ਕਿ ਚਾਚੀ ਜੀ, ਇਸ ਵਿੱਚ ਡਰਨ ਵਾਲੀ ਕੀ ਗੱਲ ਹੈ? ਬਾਹਰ ਚਾਹੇ ਜੋ ਵੀ ਹੋਵੇ ਪਰ ਚਾਰੇ ਪਾਸੇ ਤਾਂ ਕੰਧਾਂ ਕੱਢੀਆਂ ਹੋਈਆਂ ਹਨ। ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਪਰ ਫਿਰ ਵੀ ਚਾਚੀ ਨੇ ਕਿਹਾ ਕਿ ਰੁਦਰ ਬੇਟਾ, ਮੈਂ ਜੋ ਕਹਿ ਰਹੀ ਹਾਂ ਤੂੰ ਉਹੀ ਕਰ। ਅੱਜ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ। ਤੂੰ ਮੇਰੇ ਕੋਲ ਰਹੇਂਗਾ ਮੇਰੇ ਕਮਰੇ ਵਿੱਚ। ਮੈਂ ਕਿਹਾ ਕਿ ਠੀਕ ਹੈ ਜੀ ਚਾਚੀ ਜੀ, ਜੇਕਰ ਤੁਹਾਨੂੰ ਡਰ ਲੱਗਦਾ ਹੈ ਤਾਂ ਮੈਂ ਜ਼ਰੂਰ ਤੁਹਾਡੇ ਕੋਲ ਰਹਾਂਗਾ। ਕੁਝ ਸਮੇਂ ਬਾਅਦ ਚਾਚੀ ਨੇ ਕਿਹਾ ਕਿ ਰੁਦਰ ਬੇਟਾ, ਬਹੁਤ ਸਮੇਂ ਤੋਂ ਤੇਰੇ ਨਾਲ ਢੰਗ ਨਾਲ ਗੱਲ ਨਹੀਂ ਹੋਈ ਹੈ। ਮੈਂ ਚਾਚੀ ਜੀ ਨੂੰ ਕਿਹਾ ਕਿ ਚਾਚੀ ਜੀ, ਮੈਨੂੰ ਜ਼ਿਆਦਾ ਗੱਲਾਂ ਕਰਨਾ ਪਸੰਦ ਨਹੀਂ ਹੈ। ਪਰ ਚਾਚੀ ਨੇ ਕਿਹਾ ਕਿ ਅੱਜ ਤੈਨੂੰ ਮੇਰੇ ਨਾਲ ਗੱਲਾਂ ਕਰਨੀਆਂ ਹੀ ਪੈਣਗੀਆਂ। ਚਾਚੀ ਦੇ ਕਹਿਣ ਤੇ ਮੈਂ ਉਹਨਾਂ ਕੋਲ ਹੀ ਰੁਕ ਗਿਆ। ਮੈਂ ਚਾਚੀ ਨੂੰ ਕਿਹਾ ਕਿ ਠੀਕ ਹੈ, ਮੈਂ ਤਿਆਰ ਹਾਂ ਪਰ ਮੇਰੀ ਇੱਕ ਸ਼ਰਤ ਹੈ। ਤਾਂ ਚਾਚੀ ਨੇ ਕਿਹਾ ਕਿ ਬੇਟਾ ਕੀ ਸ਼ਰਤ ਹੈ?
ਮੈਂ ਚਾਚੀ ਨੂੰ ਕਿਹਾ ਕਿ ਚਾਚੀ ਜੀ ਮੈਂ ਪਾਪਾ ਨੂੰ ਕਦੋਂ ਤੋਂ ਕਹਿ ਰਿਹਾ ਹਾਂ ਕਿ ਮੈਨੂੰ ਮੋਬਾਈਲ ਦਵਾ ਦਿਓ, ਪਰ ਉਹ ਮੈਨੂੰ ਮੋਬਾਈਲ ਨਹੀਂ ਦਵਾ ਰਹੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਰਾਤ ਭਰ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਾਂ ਤਾਂ ਤੁਹਾਨੂੰ ਮੈਨੂੰ ਮੋਬਾਈਲ ਦਵਾਉਣੀ ਪਵੇਗੀ। ਮੇਰੀ ਗੱਲ ਸੁਣ ਕੇ ਚਾਚੀ ਉੱਚੀ ਉੱਚੀ ਹੱਸਣ ਲੱਗੀ। ਮੈਂ ਚਾਚੀ ਨੂੰ ਪੁੱਛਿਆ ਕਿ ਚਾਚੀ ਜੀ ਤੁਸੀਂ ਹੱਸ ਕਿਉਂ ਰਹੇ ਹੋ? ਤਾਂ ਚਾਚੀ ਨੇ ਕਿਹਾ ਕਿ ਰੁਦਰ ਇਸ ਵਿੱਚ ਕੀ ਵੱਡੀ ਗੱਲ ਹੈ, ਮੈਂ ਕੱਲ ਹੀ ਤੈਨੂੰ ਮੋਬਾਈਲ ਦਵਾ ਦੇਵਾਂਗੀ, ਪਰ ਮੇਰੀ ਵੀ ਇੱਕ ਸ਼ਰਤ ਹੈ। ਜੇਕਰ ਤੂੰ ਮੇਰੀ ਸ਼ਰਤ ਮੰਨ ਲਵੇਂਗਾ ਤਾਂ ਹੀ ਮੈਂ ਤੈਨੂੰ ਮੋਬਾਈਲ ਦਵਾਵਾਂਗੀ। ਮੈਂ ਕਿਹਾ ਕਿ ਚਾਚੀ ਤੁਹਾਡੀ ਕੀ ਸ਼ਰਤ ਹੈ? ਤਾਂ ਫਿਰ ਚਾਚੀ ਨੇ ਕਿਹਾ ਕਿ ਠੀਕ ਹੈ, ਅੱਜ ਰਾਤ ਮੈਂ ਜੋ ਕਹਾਂਗੀ ਤੁਹਾਨੂੰ ਉਹੀ ਕਰਨਾ ਪਵੇਗਾ। ਤਾਂ ਮੈਂ ਵੀ ਜਵਾਬ ਦਿੱਤਾ ਕਿ ਠੀਕ ਹੈ ਚਾਚੀ ਜੀ, ਜੇਕਰ ਤੁਸੀਂ ਮੈਨੂੰ ਮੋਬਾਈਲ ਦਵਾ ਦੇਵੋਗੇ ਤਾਂ ਮੈਂ ਤੁਹਾਡੀ ਹਰ ਇੱਕ ਗੱਲ ਮੰਨਾਂਗਾ। ਇਸ ਤਰ੍ਹਾਂ ਹੀ ਗੱਲਾਂ ਵਿੱਚ ਰਾਤ ਬੀਤ ਰਹੀ ਸੀ ਅਤੇ ਸਾਨੂੰ ਰਾਤ ਦਾ ਪਤਾ ਹੀ ਨਹੀਂ ਲੱਗਿਆ। ਚਾਚੀ ਗੱਲਾਂ ਕਰਦੇ ਸਮੇਂ ਮੇਰੇ ਵੱਲ ਅਜੀਬ ਤਰ੍ਹਾਂ ਦੇਖ ਰਹੀ ਸੀ। ਉਹਨਾਂ ਦੀਆਂ ਅੱਖਾਂ ਵਿੱਚ ਕੁਝ ਛਿਪਿਆ ਹੋਇਆ ਲੱਗ ਰਿਹਾ ਸੀ। ਮੈਂ ਸੋਚਿਆ ਕਿ ਚਲੋ ਜੋ ਵੀ ਚਾਚੀ ਕਹੂਗੀ ਮੈਂ ਕਰ ਦੇਵਾਂਗਾ, ਕਿਉਂਕਿ ਇਸ ਦੇ ਬਦਲੇ ਵਿੱਚ ਮੈਨੂੰ ਮੋਬਾਈਲ ਮਿਲ ਜਾਵੇਗਾ। ਅਤੇ ਫਿਰ ਮੈਂ ਚਾਚੀ ਜੀ ਨੂੰ ਕਿਹਾ ਕਿ ਚਾਚੀ ਜੀ ਦੱਸੋ ਹੁਣ ਤੁਹਾਡੀ ਸ਼ਰਤ ਕੀ ਹੈ? ਤਾਂ ਚਾਚੀ ਨੇ ਹੱਸਦੇ ਹੋਏ ਕਿਹਾ ਕਿ ਰੁਦਰ ਐਨੀ ਜਲਦੀ ਕਿਉਂ ਕਰ ਰਿਹਾ ਹੈ, ਹੌਲੀ ਹੌਲੀ ਤੈਨੂੰ ਸਭ ਕੁਝ ਦੱਸ ਦੇਵਾਂਗੀ। ਰਾਤ ਹੋ ਜਾਣ ਦੇ, ਫਿਰ ਤੈਨੂੰ ਸਭ ਕੁਝ ਸਮਝ ਵਿੱਚ ਆ ਜਾਵੇਗਾ। ਥੋੜੇ ਸਮੇਂ ਬਾਅਦ ਚਾਚੀ ਨੇ ਕਿਹਾ ਕਿ ਚੱਲ ਹੁਣ ਬਹੁਤ ਰਾਤ ਹੋ ਗਈ ਹੈ, ਹੁਣ ਸੌ ਜਾਂਦੇ ਹਾਂ ਅਤੇ ਬਾਹਰ ਬਹੁਤ ਮੀਂਹ ਵੀ ਪੈ ਰਿਹਾ ਹੈ। ਅਤੇ ਕੁਝ ਸਮੇਂ ਬਾਅਦ ਚਾਚੀ ਜੀ ਨੇ ਕਿਹਾ ਕਿ ਰੁਦਰ ਬੇਟਾ ਅੱਜ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ, ਇਹ ਮੱਲਮ ਹੈ, ਇਹ ਤੂੰ ਮੇਰੇ ਸਿਰ ਤੇ ਮਲ ਦੇ, ਇਸ ਨਾਲ ਮੈਨੂੰ ਥੋੜਾ ਆਰਾਮ ਮਿਲੇਗਾ। ਅਤੇ ਫਿਰ ਮੈਂ ਇੱਕ ਆਗਿਆਕਾਰੀ ਬੱਚੇ ਦੀ ਤਰ੍ਹਾਂ ਚਾਚੀ ਦੇ ਸਿਰ ਤੇ ਮਾਲਿਸ਼ ਕਰਨ ਲੱਗਿਆ। ਇੱਕ ਪਾਸੇ ਮੈਂ ਮਾਲਿਸ਼ ਕਰ ਰਿਹਾ ਸੀ ਅਤੇ ਦੂਜੇ ਪਾਸੇ ਚਾਚੀ ਅਜੀਬ ਆਵਾਜ਼ਾਂ ਕੱਢ ਰਹੀ ਸੀ। ਮੈਂ ਚਾਚੀ ਨੂੰ ਪੁੱਛਿਆ ਕਿ ਚਾਚੀ ਤੁਸੀਂ ਇਸ ਤਰ੍ਹਾਂ ਅਜੀਬ ਆਵਾਜ਼ਾਂ ਕਿਉਂ ਕੱਢ ਰਹੇ ਹੋ? ਤਾਂ ਚਾਚੀ ਨੇ ਜਵਾਬ ਦਿੱਤਾ ਕਿ ਤੂੰ ਸਮਝੇਗਾ ਨਹੀਂ, ਮੈਂ ਤੈਨੂੰ ਜਿਵੇਂ ਕਿਹਾ ਹੈ ਉਵੇਂ ਹੀ ਕਰ। ਮੈਂ ਕਿਹਾ ਠੀਕ ਹੈ ਚਾਚੀ ਜੀ। ਫਿਰ ਜਿਵੇਂ ਚਾਚੀ ਜੀ ਮੈਨੂੰ ਸਿਖਾ ਰਹੀ ਸੀ, ਮੈਂ ਅੱਛੇ ਬੱਚੇ ਦੀ ਤਰ੍ਹਾਂ ਉਹਨਾਂ ਦੇ ਕਹੇ ਅਨੁਸਾਰ ਮਾਲਿਸ਼ ਕਰ ਰਿਹਾ ਸੀ। ਮਾਲਿਸ਼ ਕਰਦੇ ਕਰਦੇ ਚਾਚੀ ਅਚਾਨਕ ਸੌਂ ਗਈ ਅਤੇ ਮੈਂ ਵੀ ਸੌਂ ਗਿਆ। ਰਾਤ ਦੀ ਗੂੜੀ ਨੀਂਦ ਵਿੱਚ ਮੈਨੂੰ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਕੋਈ ਮੇਰੇ ਨਾਲ ਕੁਝ ਅਜੀਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਉਸੇ ਸਮੇਂ ਜਾਗ ਗਿਆ ਅਤੇ ਦੇਖਿਆ ਕਿ ਚਾਚੀ ਮੇਰੇ ਨਾਲ ਕੁਝ ਗਲਤ ਕਰ ਰਹੀ ਸੀ। ਮੈਂ ਚਾਚੀ ਨੂੰ ਕਿਹਾ ਕਿ ਚਾਚੀ ਜੀ ਤੁਸੀਂ ਮੇਰੇ ਨਾਲ ਕੀ ਕਰ ਰਹੇ ਹੋ? ਤਾਂ ਚਾਚੀ ਨੇ ਕਿਹਾ ਕਿ ਮੈਂ ਤੇਰੇ ਨਾਲ ਕੀ ਕਰ ਰਹੀ ਹਾਂ ਤੈਨੂੰ ਦੇਖ ਨਹੀਂ ਰਿਹਾ, ਤੂੰ ਐਨੀਆਂ ਗੱਲਾਂ ਕਿਉਂ ਕਰ ਰਿਹਾ ਹੈ? ਜੋ ਮੈਂ ਕਰ ਰਹੀ ਹਾਂ ਮੈਨੂੰ ਕਰਨ ਦੇ। ਚਾਚੀ ਦੀ ਗੱਲ ਸੁਣ ਕੇ ਮੈਂ ਡਰ ਗਿਆ। ਮੈਂ ਕਿਹਾ ਕਿ ਅੱਛਾ ਠੀਕ ਹੈ ਚਾਚੀ ਜੀ, ਜੋ ਤੁਹਾਡਾ ਮਨ ਕਰੇ ਕਰ ਲਓ। ਅਤੇ ਫਿਰ ਚਾਚੀ ਪਾਗਲ ਜਿਹੀ ਹੋ ਗਈ ਅਤੇ ਕਹਿਣ ਲੱਗੀ ਕਿ ਠੀਕ ਹੈ, ਤੂੰ ਵੀ ਮੇਰੇ ਤਾਲ ਨਾਲ ਤਾਲ ਮਿਲਾ ਕੇ ਚੱਲ। ਮੈਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਪਰ ਇੱਕ ਗੱਲ ਤਾਂ ਮੈਨੂੰ ਪਤਾ ਸੀ ਕਿ ਜੇਕਰ ਮੈਂ ਚਾਚੀ ਦੀ ਗੱਲ ਨਾ ਮੰਨੀ ਤਾਂ ਉਹ ਮੈਨੂੰ ਕੱਲ ਮੋਬਾਈਲ ਨਹੀਂ ਦਵਾਵੇ। ਤਾਂ ਮੋਬਾਈਲ ਦੇ ਲਾਲਚ ਵਿੱਚ ਮੈਨੂੰ ਉਹੀ ਕਰਨਾ ਪਿਆ ਜੋ ਚਾਚੀ ਕਹਿ ਰਹੀ ਸੀ। ਚਾਚੀ ਜੋ ਕਰ ਰਹੀ ਸੀ ਉਸ ਕਾਰਨ ਮੇਰੀ ਹਾਲਤ ਖਰਾਬ ਹੋ ਗਈ। ਚਾਚੀ ਨੇ ਮੇਰੀ ਸ਼ਰਟ ਦੇ ਬਟਨ ਖੋਲ੍ਹੇ ਅਤੇ ਮੇਰੀ ਸ਼ਰਟ ਉਤਾਰ ਕੇ ਸੋਫੇ ਤੇ ਰੱਖ ਦਿੱਤੀ ਅਤੇ ਫਿਰ ਚਾਚੀ ਦੇ ਬੁੱਲ ਮੇਰੇ ਬੁੱਲਾਂ ਨਾਲ ਲੱਗੇ। ਮੈਂ ਘਬਰਾ ਗਿਆ ਅਤੇ ਮੈਂ ਚਾਚੀ ਨੂੰ ਕਿਹਾ ਚਾਚੀ ਜੋ ਤੁਸੀਂ ਕਰ ਰਹੇ ਹੋ ਉਹ ਠੀਕ ਹੈ? ਜੇਕਰ ਚਾਚਾ ਜੀ ਨੂੰ ਪਤਾ ਚੱਲਿਆ ਤਾਂ ਉਹ ਬਹੁਤ ਦੁਖੀ ਹੋਣਗੇ। ਤਾਂ ਚਾਚੀ ਹੱਸਦੇ ਹੋਏ ਬੋਲੀ ਕਿ ਰੁਦਰ ਤੈਨੂੰ ਮੋਬਾਈਲ ਚਾਹੀਦਾ ਹੈ ਜਾਂ ਨਹੀਂ? ਤੈਨੂੰ ਮੇਰੇ ਨਾਲ ਇਹ ਸਭ ਕੁਝ ਕਰਨਾ ਹੀ ਪਵੇਗਾ, ਤਾਂ ਹੀ ਤਾਂ ਤੈਨੂੰ ਮੋਬਾਈਲ ਮਿਲੇਗਾ। ਫਿਰ ਚਾਚੀ ਨੇ ਮੇਰੇ ਨਾਲ ਕੁਝ ਇਸ ਤਰ੍ਹਾਂ ਦਾ ਕੀਤਾ ਜੋ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ। ਚਾਚੀ ਦੇ ਕਹੇ ਅਨੁਸਾਰ ਅਸੀਂ ਬਹੁਤ ਸਮੇਂ ਤੱਕ ਇੱਕ ਦੂਜੇ ਨਾਲ ਸਮਾਂ ਬਿਤਾਇਆ। ਕਾਫੀ ਸਮੇਂ ਬਾਅਦ ਚਾਚੀ ਥੱਕ ਗਈ ਅਤੇ ਮੈਂ ਉਹਨਾਂ ਨੂੰ ਹੱਥ ਜੋੜਦੇ ਕਿਹਾ ਕਿ ਚਾਚੀ ਜੀ
ਚਾਚਾ ਜੀ ਨੂੰ ਕਦੇ ਵੀ ਇਸ ਬਾਰੇ ਵਿੱਚ ਨਾ ਦੱਸਿਓ। ਜੇਕਰ ਉਹਨਾਂ ਨੂੰ ਪਤਾ ਚੱਲ ਗਿਆ ਤਾਂ ਉਹ ਮੈਨੂੰ ਮਾਰ ਦੇਣਗੇ। ਚਾਚੀ ਨੇ ਕਿਹਾ ਕਿ ਪਾਗਲ, ਤੂੰ ਚਿੰਤਾ ਨਾ ਕਰ, ਤੇਰੇ ਚਾਚਾ ਜੀ ਨੂੰ ਕਿਵੇਂ ਪਤਾ ਚੱਲੇਗਾ? ਇੱਥੇ ਸਿਰਫ ਤੂੰ ਅਤੇ ਮੈਂ ਹੀ ਤਾਂ ਹਾਂ। ਰੁਦਰ, ਤੂੰ ਬਹੁਤ ਪਿਆਰਾ ਹੈ, ਮੈਨੂੰ ਤੂੰ ਬਹੁਤ ਪਸੰਦ ਹੈ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਚਾਚੀ ਨੇ ਕਿਹਾ ਕਿ ਮੈਂ ਤੈਨੂੰ ਇਹ ਕਦੇ ਕਹਿ ਨਹੀਂ ਪਾਈ, ਪਰ ਤੇਰੇ ਨਾਲ ਸਮਾਂ ਬਿਤਾਉਣ ਦਾ ਮੈਨੂੰ ਬਹੁਤ ਸ਼ੌਂਕ ਸੀ। ਅੱਜ ਤੂੰ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਰਿਹਾ ਹੈ। ਫਿਰ ਅਸੀਂ ਕਾਫੀ ਸਮੇਂ ਤੱਕ ਇਕੱਠੇ ਸਮਾਂ ਬਿਤਾਇਆ ਅਤੇ ਅਸੀਂ ਥੱਕ ਗਏ। ਉਸ ਰਾਤ ਤੋਂ ਬਾਅਦ ਮੈਂ ਅਤੇ ਚਾਚੀ ਘਰ ਦੇ ਕੰਮਕਾਜ ਵਿੱਚ ਲੱਗੇ ਰਹੇ। ਮੈਂ ਇਹੀ ਸੋਚਦਾ ਰਹਿੰਦਾ ਸੀ ਕਿ ਚਾਚਾ ਜੀ ਨੂੰ ਕੁਝ ਪਤਾ ਤਾਂ ਨਹੀਂ ਚੱਲ ਜਾਵੇਗਾ। ਚਾਚੀ ਤਾਂ ਆਪਣੇ ਕੰਮਾਂ ਵਿੱਚ ਬਿਜੀ ਰਹਿੰਦੀ ਸੀ, ਪਰ ਮੈਂ ਹਰ ਸਮੇਂ ਉਲਝਣ ਵਿੱਚ ਰਹਿੰਦਾ ਸੀ। ਕੁਝ ਦਿਨ ਬੀਤ ਗਏ ਅਤੇ ਇੱਕ ਦਿਨ ਚਾਚਾ ਜੀ ਕੰਮ ਤੋਂ ਜਲਦੀ ਘਰ ਆ ਗਏ ਤਾਂ ਚਾਚੀ ਜੀ ਦੇ ਚਿਹਰੇ ਵੱਲ ਦੇਖ ਕੇ ਚਾਚਾ ਜੀ ਨੇ ਕਿਹਾ ਕਿ ਰੁਦਰ, ਸਭ ਕੁਝ ਠੀਕ ਤਾਂ ਹੈ ਨਾ? ਮੈਂ ਘਬਰਾ ਗਿਆ। ਮੈਂ ਕਿਹਾ ਕਿ ਹਾਂ ਚਾਚਾ ਜੀ, ਸਭ ਕੁਝ ਠੀਕ ਹੈ। ਪਰ ਚਾਚਾ ਜੀ ਨੂੰ ਜਿਵੇਂ ਕੁਝ ਮਹਿਸੂਸ ਹੋਇਆ ਹੋਵੇ। ਉਹ ਚਾਚੀ ਜੀ ਨੂੰ ਕਹਿਣ ਲੱਗੇ ਕਿ ਸਭ ਕੁਝ ਠੀਕ ਹੈ ਨਾ? ਚਾਚੀ ਕੁਝ ਬੋਲ ਨਾ ਪਾਈ, ਪਰ ਚਾਚੀ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖ ਰਿਹਾ ਸੀ। ਫਿਰ ਚਾਚਾ ਜੀ ਸਮਝ ਗਏ ਕਿ ਕੁਝ ਤਾਂ ਗੜਬੜ ਹੈ। ਉਹਨਾਂ ਨੇ ਗੁੱਸੇ ਵਿੱਚ ਕਿਹਾ ਕਿ ਸੱਚ-ਸੱਚ ਦੱਸ, ਕੀ ਗੱਲ ਹੈ, ਨਹੀਂ ਤਾਂ ਚੰਗਾ ਨਹੀਂ ਹੋਵੇਗਾ। ਤਾਂ ਚਾਚੀ ਡਰ ਗਈ ਅਤੇ ਰੋਂਦੇ ਹੋਏ ਸਾਰੀ ਗੱਲ ਚਾਚਾ ਜੀ ਨੂੰ ਦੱਸ ਦਿੱਤੀ। ਚਾਚਾ ਜੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਮੈਨੂੰ ਲੱਗਿਆ ਕਿ ਅੱਜ ਮੇਰੀ ਜਾਨ ਨਹੀਂ ਬਚੇਗੀ, ਪਰ ਚਾਚਾ ਜੀ ਨੇ ਕੁਝ ਨਹੀਂ ਕਿਹਾ। ਬਸ ਉਹ ਗੁੱਸੇ ਵਿੱਚ ਘਰ ਤੋਂ ਬਾਹਰ ਚਲੇ ਗਏ। ਕੁਝ ਘੰਟਿਆਂ ਬਾਅਦ ਚਾਚਾ ਜੀ ਵਾਪਸ ਆਏ। ਉਹਨਾਂ ਦਾ ਚਿਹਰਾ ਸ਼ਾਂਤ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਰੁਦਰ, ਇਹ ਜੋ ਕੁਝ ਵੀ ਹੋਇਆ ਹੈ, ਇਸ ਨੂੰ ਇੱਥੇ ਹੀ ਖਤਮ ਕਰ ਦੇ। ਕਦੇ ਵੀ ਇਸ ਦੇ ਬਾਰੇ ਵਿੱਚ ਕਿਸੇ ਨਾਲ ਗੱਲ ਨਾ ਕਰੀ। ਪਰ ਅੱਜ ਮੈਂ ਤੈਨੂੰ ਮਾਫ ਕਰ ਰਿਹਾ ਹਾਂ। ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਗਲਤੀ ਨਾ ਕਰੀ। ਚਾਚਾ ਜੀ ਦੀ ਗੱਲ ਸੁਣ ਕੇ ਮੈਨੂੰ ਬਹੁਤ ਆਰਾਮ ਮਿਲਿਆ। ਮੈਂ ਚਾਚਾ ਜੀ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਅੱਗੇ ਤੋਂ ਮੈਂ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗਾ। ਚਾਚੀ ਵੀ ਚੁੱਪਚਾਪ ਖੜੀ ਸੀ। ਉਸ ਨੂੰ ਵੀ ਸਮਝ ਆ ਗਿਆ ਸੀ ਕਿ ਜੋ ਕੁਝ ਵੀ ਉਹਨਾਂ ਨੇ ਮੇਰੇ ਨਾਲ ਕੀਤਾ ਸੀ ਉਹ ਗਲਤ ਸੀ। ਉਸ ਦਿਨ ਤੋਂ ਬਾਅਦ ਸਭ ਕੁਝ ਬਦਲ ਗਿਆ ਸੀ। ਚਾਚਾ ਜੀ ਨੇ ਮੈਨੂੰ ਮਾਫ ਤਾਂ ਕਰ ਦਿੱਤਾ ਸੀ, ਪਰ ਘਰ ਦਾ ਮਾਹੌਲ ਹਮੇਸ਼ਾ ਲਈ ਬਦਲ ਗਿਆ ਸੀ। ਮੈਂ ਤੈਅ ਕੀਤਾ ਕਿ ਹੁਣ ਮੈਂ ਇਹ ਘਰ ਛੱਡ ਕੇ ਚਲਾ ਜਾਵਾਂਗਾ ਅਤੇ ਇਸ ਤਰ੍ਹਾਂ ਦੀਆਂ ਗਲਤੀਆਂ ਤੋਂ ਦੂਰ ਰਹਾਂਗਾ। ਅਤੇ ਫਿਰ ਕੁਝ ਸਮੇਂ ਬਾਅਦ ਮੈਂ ਸ਼ਹਿਰ ਚਲਾ ਗਿਆ ਪੜ੍ਹਾਈ ਕਰਨ ਲਈ। ਚਾਚਾ ਅਤੇ ਚਾਚੀ ਦੀਆਂ ਗੱਲਾਂ ਮੇਰੇ ਦਿਮਾਗ ਵਿੱਚ ਰਹਿ ਗਈਆਂ, ਪਰ ਮੈਂ ਆਪਣੇ ਆਪ ਨੂੰ ਇੱਕ ਨਵੀਂ ਜ਼ਿੰਦਗੀ ਵਿੱਚ ਢਾਲ ਲਿਆ ਅਤੇ ਇਸ ਤਰ੍ਹਾਂ ਉਹ ਇੱਕ ਬੁਰਾ ਸੁਪਨਾ ਬਣ ਕੇ ਮੇਰੀ ਜ਼ਿੰਦਗੀ ਵਿੱਚ ਦਫਨ ਹੋ ਗਿਆ। ਤਾਂ ਦੋਸਤੋ, ਇਹ ਸੀ ਅੱਜ ਦੀ ਸਾਡੀ ਇੱਕ ਛੋਟੀ ਜਿਹੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਅੱਗੇ ਇਸ ਤਰ੍ਹਾਂ ਦੀਆਂ ਰੋਮਾਂਟਿਕ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਸੀਂ ਸਾਡੀ ਕੋਈ ਵੀ ਕਹਾਣੀ ਮਿਸ ਨਾ ਕਰ ਸਕੋ। ਧੰਨਵਾਦ।